लगातार ਜਿਹੜੀਆਂ ਇਹ ਘਟਨਾਵਾਂ ਵਾਪਰ ਰਹੀਆਂ ਨੇ ਕਿ ਜਾਣਬੁੱਝ ਕੇ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਕਿਹਾ ਤਾਂ ਉਦੋਂ ਪਹਿਲਾਂ 47 ਤੋਂ ਲੈ ਕੇ 17 ਤੱਕ 17 ਤੋਂ ਲੈ ਕੇ ਅੱਜ 2021 ਤੱਕ ਕਿੰਨੀਆਂ ਘਟਨਾਵਾਂ ਵਾਪਰ ਗਈਆਂ। ਸਾਡੀ ਨਸਲਕੁਸ਼ੀ ਵੀ ਹੋਈ, ਸਾਡੇ ਤੇ ਟੈਂਕ ਵੀ ਚੜਾਏ ਗਏ, ਸਾਡੇ ਤੇ ਇਹਨਾਂ ਨੇ ਆਰਥਿਕ ਹਮਲੇ ਵੀ ਕੀਤੇ, ਸਮਾਜਿਕ ਹਮਲੇ ਵੀ ਕੀਤੇ। ਗੱਲ ਇੱਥੋਂ ਤੱਕ ਪਹੁੰਚ ਗਈ ਵੀ ਸਾਡੇ ਫਲਸਫਿਆਂ ਨੂੰ ਸਾਡੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਨਿਰਾਦਰ ਹੋਣ ਲੱਗ ਗਿਆ ਪਿਛਲੇ 5-6 ਸਾਲਾਂ ਤੋਂ। ਇੱਕ ਵੀ ਕੋਈ ਰਾਜਨੀਤਿਕ ਧਿਰ, ਇੱਕ ਵੀ ਕੋਈ ਸਮਾਜਿਕ ਧਿਰ ਆ ਕੇ ਸਪਸ਼ਟ ਰੂਪ 'ਚ ਇਹ ਗੱਲ ਕਹਿ ਦੇ ਵੀ ਸਿੱਖਾਂ ਤੇ ਨਜਾਇਜ਼ ਤੌਰ ਤੇ ਉਹਨਾਂ ਤੇ ਹਮਲੇ ਕੀਤੇ ਜਾ ਰਹੇ। ਵੀ 80 ਦੇ ਦਹਾਕੇ 'ਚ ਜੋ ਕੁਝ ਵਾਪਰ ਰਿਹਾ ਸੀ, ਇੰਦਰਾ ਗਾਂਧੀ ਨਾਲ ਕੁਝ ਮੀਡੀਆ, ਐਮਬੈਡਡ ਮੀਡੀਆ ਜਿਹਨੂੰ ਕਹਿੰਦੇ ਆ, ਸਰਕਾਰ ਦੇ ਹਮਬਿਸਤਰ ਮੀਡੀਆ ਤੇ ਨਾਲ ਸਟੇਟ, ਇਹ ਰਲ ਕੇ ਸਿੱਖਾਂ ਨੂੰ ਜਾਣ ਕੇ ਬਦਨਾਮ ਕਰਦੇ ਸੀ ਤੇ ਇੱਕ ਮਾਹੌਲ ਰਚਿਆ ਗਿਆ ਸਿੱਖਾਂ ਦੇ ਵਿਰੁੱਧ। ਅੱਜ ਉਹ ਮਾਹੌਲ ਸਿੱਖਾਂ ਦੇ ਤੇ ਪੰਜਾਬ ਦੇ ਵਿਰੁੱਧ ਰਚਿਆ ਜਾ ਰਿਹਾ। ਇਹਨਾਂ ਨੂੰ ਗੱਲ ਇੱਕ ਸਮਝ ਨਹੀਂ ਆਉਂਦੀ ਵੀ ਜਿਹੜੀ ਫੌਜਦਾਰੀ ਲਈ ਜਾਂ ਜਿਹੜੀ ਤੁਸੀਂ ਸਮਝ ਰਹੇ ਹੋ ਵੀ ਤੁਸੀਂ ਉਹਨਾਂ ਤੋਂ ਆ ਮਾੜੀ ਮੋਟੀ ਸਿਆਸਤ ਜਿਹੜੀ ਬਚੀ ਆ ਪੰਜਾਬ ਕੋਲੇ, ਮੇਨ ਸਟ੍ਰੀਮ ਪੋਲਿਟਿਕਸ ਦੀ, ਇਹਦੇ ਪਿੱਛੇ ਲੜੀ ਜਾਂਦੇ ਹੋ। ਇਹਦੀ ਤਾਂ ਸਾਰੀ ਪਾਵਰ ਸੈਂਟਰ ਤੋਂ ਚੱਲਦੀ ਆ। ਜਦੋਂ ਮਰਜ਼ੀ ਸਾਡੇ ਮੁੱਖ ਮੰਤਰੀ ਬਦਲ ਦਿੰਦੇ ਆ, ਜਦੋਂ ਮਰਜ਼ੀ ਉਹ ਆਪਦੀਆਂ ਨਵੀਆਂ ਨੀਤੀਆਂ ਘੜ ਦਿੰਦੇ ਆ। ਗੁਰੂ ਗ੍ਰੰਥ ਸਾਹਿਬ ਸਾਡੇ ਲਈ ਹਾਜ਼ਰ ਨਾਜ਼ਰ ਗੁਰੂ ਆ। ਉਹਨਾਂ ਦੀ ਅਜ਼ਮਤ ਤੇ ਸ਼ਾਨ ਦੇ ਮਸਲੇ ਬਹੁਤ ਵੱਡੇ ਮਸਲੇ ਹੁੰਦੇ ਆ। ਇਹਨਾਂ ਤੋਂ ਅਸੀਂ ਜ਼ਮੀਨਾਂ ਵੀ ਵਾਰ ਦਾਂਗੇ, ਆਪਦੇ ਆਪ ਨੂੰ ਵੀ ਵਾਰ ਦਾਂਗੇ। ਗੱਲ ਇਹ ਆ, ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੇ ਗੱਲ ਆਊਗੀ ਫਿਰ ਉੱਥੇ ਜੇ ਅਸੀਂ ਇਹ ਕਹੀਏ ਵੀ ਇਹ ਦੋ ਫਾੜ ਕਰਨ ਵਾਸਤੇ ਕੀਤਾ ਗਿਆ, ਫਿਰ ਇਹ ਦੇਖੋ ਕਿਸਾਨੀ ਸੰਘਰਸ਼ ਨੂੰ ਢਾਹ ਲਾਈ ਜਾ ਰਹੀ ਆ। ਨਹੀਂ, ਇਹਨਾਂ ਗੱਲਾਂ ਦਾ ਕੋਈ ਮਤਲਬ ਨਹੀਂ ਆ। 550 ਸਾਲ ਦਾ ਇਤਿਹਾਸ ਪਿਆ, ਕੋਈ ਨੁਕਸ ਕੱਢ ਕੇ ਦਿਖਾ ਦਿਓ। ਫਿਰ ਜੇ ਉਸ ਕੌਮ ਦੀ ਪਵਿੱਤਰਤਾ ਤੇ ਜਿਹੜੀ ਬਣੀ ਮਨੁੱਖਤਾ ਲਈ ਆ, ਜਿਹੜੀ ਅਵਲ ਅੱਲਾ ਨੂਰ ਪਾਇਆ ਕੁਦਰਤ ਦੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਾ ਕੌਮ ਭਲੇ ਕੌਮ ਮੰਦੇ, ਜੇ ਬਣੀ ਉਸ ਮਨੁੱਖਤਾ ਲਈ ਆ, ਉਸ ਤੁਸੀਂ ਕੌਮ ਤੇ ਉਹਦੀ ਪਵਿੱਤਰਤਾ ਤੇ ਉਹਦੇ ਗੁਰੂ ਦੀ ਅਜ਼ਮਤ ਤੇ ਸ਼ਾਨ ਤੇ ਤੁਸੀਂ ਸਵਾਲ ਚੁੱਕੋਗੇ ਜਾਂ ਕੋਈ ਹੱਥ ਪਾਓਗੇ, ਫਿਰ ਇਹੀ ਸਲੀਕਾ ਕੀਤਾ ਜਾਊਗਾ। ਤੁਸੀਂ ਕਹਿੰਦੇ ਹੋ ਨੁਕਸ ਕੱਢ ਕੇ ਦਿਖਾਓ, ਪਰ ਸਾਡੇ ਵਾਲ ਤਾਂ ਇਸੇ ਨੂੰ ਨੁਕਸ ਦੱਸੀ ਜਾਂਦੇ ਆ। ਉਹ ਕਹਿੰਦੇ ਇਹ ਕਰਿਆ ਤਾਂ ਕਰਿਆ ਕਿਉਂ ਨਿਹੰਗ ਸਿੰਘਾਂ ਨੇ, ਜਦ ਪਤਾ ਧਰਨਾ ਚੱਲ ਰਿਹਾ। ਜੇ ਕਰਨਾ ਵੀ ਕਹਿੰਦੇ ਉੱਥੇ ਹੀ ਕਿਉਂ ਕਰਿਆ, ਜਿੱਥੇ ਸੰਘਰਸ਼ ਚ ਹੋ ਰਿਹਾ ਉੱਥੇ ਕਿਉਂ ਕੀਤਾ, ਥੋੜੀ ਦੂਰ ਆ ਕੇ ਕਰ ਲੈਂਦੇ। ਕਹਿੰਦੇ ਜਦੋਂ ਸਾਡੇ ਗੁਰੂ ਤੇ ਕੋਈ ਸਵਾਲ ਚੱਕੂਗਾ ਉਹਦਾ ਫਿਰ ਪੰਥ ਆਪ ਨਿਬੇੜਾ ਕਰੂ, ਜੇ ਤੁਸੀਂ ਨਿਬੇੜਾ ਨਹੀਂ ਕਰ ਸਕਦੇ। ਜੇ ਨਿਹੰਗ ਸਿੰਘਾਂ ਦੀ ਤਾਂ ਮੈਂ ਹੁੰਦਾ ਤਾਂ ਮੈਂ ਤੁਹਾਨੂੰ ਉਹੀ ਗੱਲ ਦੱਸਦਾ ਵੀ ਜਜ਼ਬਾ ਜੇ ਤੁਸੀਂ ਹੁੰਦੇ ਕੀ ਕਰਦੇ ਥਲੀ ਭਾਈ ਸਿੰਘ। ਉਦੋਂ ਜੰਗਲਾਂ 'ਚ ਗਏ, ਜੰਗਲਾਂ 'ਚ ਜਾ ਕੇ ਉਹਨਾਂ ਨੇ ਇਹ ਸੋਚਿਆ ਵੀ ਇੱਥੇ ਰਹਿ ਕੇ ਅਸੀਂ ਆਜ਼ਾਦ ਹੋ ਕੇ ਨਹੀਂ ਸੋਚ ਸਕਦੇ। ਅਸੀਂ ਜੰਗਲਾਂ 'ਚ ਰਹਿ ਕੇ ਆਜ਼ਾਦ ਤਾਂ ਹੈ, ਕਿਸੇ ਕਾਨੂੰਨ ਦੇ ਅਧੀਨ ਨਹੀਂ ਆ। ਅਸੀਂ ਉੱਥੇ ਰਹਿ ਕੇ ਆਜ਼ਾਦ ਹੋ ਕੇ ਸੋਚਾਂਗੇ, ਫਿਰ ਕੋਈ ਮਸਲਿਆਂ ਦਾ ਹੱਲ ਕੱਢਾਂਗੇ। ਤੇ ਫਿਰ ਗੱਲ ਆਈ ਕਿੱਥੇ, ਉਹਨਾਂ ਨੇ ਹੱਲ ਵੀ ਕੱਢੇ ਤੇ ਆਪਦਾ ਖਾਲਸਾ ਰਾਜ ਸਥਾਪਿਤ ਕੀਤਾ। ਹੁਣ ਹੱਲ ਕੀ ਕਰੀਏ, ਆਪਾਂ ਵੀ ਘਰ ਛੱਡ ਕੇ ਜੰਗਲਾਂ ਵੱਲ ਨੂੰ ਤੁਰੀਏ ਜੀ। ਫਿਰ ਬੀਤੇ ਦਿਨੀ ਲਖੀਮਪੁਰ ਖੀਰੀ ਦੇ ਵਿੱਚ ਜੋ ਘਟਨਾ ਵਾਪਰੀ, ਉਸ ਦੇ ਵਿੱਚ ਕਿਵੇਂ ਇੱਕ ਬੀਜੇਪੀ ਦੇ ਜੋ ਮੰਤਰੀ ਰਹਿੰਦੇ ਨੇ ਉਹਨਾਂ ਦੇ ਪੁੱਤਰ ਦੇ ਵੱਲੋਂ ਕਿੰਨੀ ਦਰਦਨਾਕ ਮੌਤ ਕਿਸਾਨਾਂ ਨੂੰ ਦਿੱਤੀ ਗਈ, ਤੇ ਉਸੇ ਦੇ ਸਬੰਧ ਦੇ ਵਿੱਚ ਅੱਜ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਉਹਨਾਂ ਸ਼ਹੀਦਾਂ ਦੀ ਅੰਤਿਮ ਅਰਦਾਸ ਸਮਾਗਮ ਅਤੇ ਇਸੇ ਤਰ੍ਹਾਂ ਇੱਕ ਸਿੱਖ ਕੈਦੀ ਭਾਈ ਸ਼ੇਰ ਸਿੰਘ ਜੀ ਜਿਹੜੇ ਬੀਤੇ ਦਿਨੀ ਸ਼ਹੀਦ ਹੋ ਜਾਂਦੇ ਨੇ, ਉਹਨਾਂ ਦੀ ਅੰਤਿਮ ਅਰਦਾਸ ਦੇ ਲਈ ਸਮਾਗਮ ਜਿਹੜਾ ਹੈਗਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਰੱਖਿਆ ਗਿਆ, ਜਿਸ ਦੇ ਵਿੱਚ ਵੱਖ-ਵੱਖ ਸ਼ਖਸੀਅਤਾਂ ਸੰਗਤਾਂ ਦੇ ਜਿਹੜੀਆਂ ਸਨਮੁਖ ਹੁੰਦੀਆਂ ਨੇ, ਸਹਿਜ ਪਾਠ ਦੇ ਭੋਗ ਪਾਏ ਜਾਂਦੇ ਨੇ। ਤੇ ਉਸ ਤੋਂ ਬਾਅਦ ਦੀਪ ਸਿੱਧੂ ਜਿਹੜੇ ਹੈਗੇ ਨੇ ਇਸ ਵੇਲੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਹਾਜ਼ਰ ਨੇ। ਸਿੱਧੂ ਸਾਹਿਬ, ਕਿਵੇਂ ਵੇਖਦੇ ਹੋ ਲਗਾਤਾਰ ਜਿਹੜੀਆਂ ਇਹ ਘਟਨਾਵਾਂ ਵਾਪਰ ਰਹੀਆਂ ਨੇ ਕਿ ਜਾਣਬੁੱਝ ਕੇ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ? ਦੇਖੋ ਗੱਲ ਇਹ ਆ, ਜੇ ਆਪਾਂ ਇਹਨੂੰ ਪ੍ਰਤੱਖ ਰੂਪ 'ਚ ਐਂ ਗੱਲ ਕਰੀਏ ਔਰ ਜੇ ਗੋਲ ਗੱਲ ਕਰਨੀ ਆ ਫਿਰ ਤਾਂ ਗੱਲ ਕਰੀਏ ਕੋਈ ਜਿਵੇਂ ਵੋਟਾਂ ਲੈਣੀਆਂ ਹੋਣ ਉਹ ਹੈ ਜੀ। ਪਰ ਤੁਸੀਂ ਇਹਨਾਂ ਘਟਨਾਵਾਂ ਨੂੰ ਸਮਝੋ, ਅਸੀਂ ਇਹ ਦੇਖ ਰਹੇ ਹਾਂ ਵੀ ਹੁਣੇ ਹੀ ਨਹੀਂ, 17 ਦੇ ਦਹਾਕਿਆਂ ਤੋਂ, ਉਦੋਂ ਪਹਿਲਾਂ 47 ਤੋਂ ਲੈ ਕੇ 17 ਤੱਕ, 17 ਤੋਂ ਲੈ ਕੇ ਅੱਜ 2021 ਤੱਕ ਕਿੰਨੀਆਂ ਘਟਨਾਵਾਂ ਵਾਪਰ ਗਈਆਂ। ਸਾਡੀ ਨਸਲਕੁਸ਼ੀ ਵੀ ਹੋਈ, ਸਾਡੇ ਤੇ ਟੈਂਕ ਵੀ ਚੜਾਏ ਗਏ, ਸਾਡੇ
ਤੇ ਇਹਨਾਂ ਨੇ ਆਰਥਿਕ ਹਮਲੇ ਵੀ ਕੀਤੇ, ਸਮਾਜਿਕ ਹਮਲੇ ਵੀ ਕੀਤੇ। ਗੱਲ ਇੱਥੋਂ ਤੱਕ ਪਹੁੰਚ ਗਈ ਵੀ ਸਾਡੇ ਫਲਸਫਿਆਂ ਨੂੰ, ਸਾਡੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਨਿਰਾਦਰ ਹੋਣ ਲੱਗ ਗਿਆ ਪਿਛਲੇ 5-6 ਸਾਲਾਂ ਤੋਂ। ਹੁਣ ਇੱਕ ਵੀ ਕੋਈ ਰਾਜਨੀਤਿਕ ਧਿਰ, ਇੱਕ ਵੀ ਕੋਈ ਸਮਾਜਿਕ ਧਿਰ ਆ ਕੇ ਸਪਸ਼ਟ ਰੂਪ 'ਚ ਇਹ ਗੱਲ ਕਹਿ ਦੇ ਵੀ ਸਿੱਖਾਂ ਤੇ ਨਜਾਇਜ਼ ਤੌਰ ਤੇ ਉਹਨਾਂ ਤੇ ਹਮਲੇ ਕੀਤੇ ਜਾ ਰਹੇ ਆ। ਬੀਡੀ ਪਾਂਡੇ ਜੀ ਦੀ ਇੱਕ ਕਿਤਾਬ ਆਈ, ਜਦੋਂ ਮੌਕਾ ਸੀ ਉਦੋਂ ਨਹੀਂ ਕਹੀ ਗੱਲ, ਉਹਨਾਂ ਦੇ ਮਰਨ ਤੋਂ ਵੀ 5 ਸਾਲ ਬਾਅਦ, ਕਿਉਂਕਿ ਉਦੋਂ ਤਾਂ ਉਹ ਸਰਵਿਸ 'ਚ ਸੀ, ਇਹ ਕਿਤਾਬ 'ਚੋਂ ਕਲੀਅਰ ਕਰਕੇ ਗਏ ਵੀ 80ਆਂ ਦੇ ਦਹਾਕੇ 'ਚ ਜੋ ਕੁਝ ਵਾਪਰ ਰਿਹਾ ਸੀ, ਇੰਦਰਾ ਗਾਂਧੀ ਨਾਲ ਕੁਝ ਮੀਡੀਆ, ਐਮਬੈਡਡ ਮੀਡੀਆ ਜਿਹਨੂੰ ਕਹਿੰਦੇ ਆ, ਸਰਕਾਰ ਦੇ ਹਮਬਿਸਤਰ ਮੀਡੀਆ, ਤੇ ਨਾਲ ਸਟੇਟ, ਇਹ ਰਲ ਕੇ ਸਿੱਖਾਂ ਨੂੰ ਜਾਣ ਕੇ ਬਦਨਾਮ ਕਰਦੇ ਸੀ ਤੇ ਇੱਕ ਮਾਹੌਲ ਰਚਿਆ ਗਿਆ ਸਿੱਖਾਂ ਦੇ ਵਿਰੁੱਧ। ਅੱਜ ਉਹ ਮਾਹੌਲ ਸਿੱਖਾਂ ਦੇ ਤੇ ਪੰਜਾਬ ਦੇ ਵਿਰੁੱਧ ਰਚਿਆ ਜਾ ਰਿਹਾ। ਆਰਥਿਕ ਤੌਰ ਤੇ ਦੇਖ ਲਓ, ਸੱਭਿਆਚਾਰਕ ਤੌਰ ਤੇ ਦੇਖ ਲਓ, ਰਾਜਨੀਤਿਕ ਤੌਰ ਤੇ ਦੇਖ ਲਓ। ਤੁਸੀਂ ਵੇਖੋ ਵੀ ਸਾਡੇ ਬੰਦੇ ਤਾਂ ਆਪਸ 'ਚ ਲੜੀ ਕਿਵੇਂ ਜਾਂਦੇ ਆ, ਵੋਟਾਂ ਖਾਤਰ ਹੀ ਲੜੀ ਜਾਂਦੇ ਆ। ਇਹਨਾਂ ਨੂੰ ਗੱਲ ਇੱਕ ਸਮਝ ਨਹੀਂ ਆਉਂਦੀ ਵੀ ਜਿਹੜੀ ਫੌਜਦਾਰੀ ਲਈ ਜਾਂ ਜਿਹੜੀ ਤੁਸੀਂ ਸਮਝ ਰਹੇ ਹੋ ਵੀ ਤੁਸੀਂ ਉਹਨਾਂ ਤੋਂ ਆ ਮਾੜੀ ਮੋਟੀ ਸਿਆਸਤ ਜਿਹੜੀ ਬਚੀ ਆ ਪੰਜਾਬ ਕੋਲੇ, ਮੇਨ ਸਟ੍ਰੀਮ ਪੋਲੀਟਿਕਸ ਦੀ, ਇਹਦੇ ਪਿੱਛੇ ਲੜੀ ਜਾਂਦੇ ਹੋ। ਇਹਦੀ ਤਾਂ ਸਾਰੀ ਪਾਵਰ ਸੈਂਟਰ ਤੋਂ ਚੱਲਦੀ ਆ। ਜਦੋਂ ਮਰਜ਼ੀ ਸਾਡੇ ਮੁੱਖ ਮੰਤਰੀ ਬਦਲ ਦਿੰਦੇ ਆ, ਜਦੋਂ ਮਰਜ਼ੀ ਉਹ ਆਪਦੀਆਂ ਨਵੀਆਂ ਨੀਤੀਆਂ ਘੜ ਦਿੰਦੇ ਆ, ਜਦੋਂ ਮਰਜ਼ੀ ਜਿੱਧਰ ਨੂੰ ਤੋਰਨਾ ਹੋਵੇ ਸਾਡੇ ਬੰਦਿਆਂ ਨੂੰ ਤੋਰ ਦਿੰਦੇ ਆ। ਤੇ ਸਾਡੇ ਬੰਦੇ ਹਜੇ ਵੀ ਕਹਿ ਰਹੇ ਆ ਵੀ ਨਹੀਂ, ਬੜੀ ਨਿਰਪੱਖਤਾ 'ਚ ਫਿਰ ਕੋਈ ਹੋਰ ਕਿਉਂ ਨਹੀਂ ਸੋਚ ਰਿਹਾ? ਨਿਰਪੱਖਤਾ 'ਚ ਕੋਈ ਰਾਜਨੀਤਿਕ ਧਿਰ, ਕੋਈ ਲੈਫਟ ਹੋਵੇ, ਕੋਈ ਚਾਹੇ ਕਾਂਗਰਸ, ਬੀਜੇਪੀ, ਅਕਾਲੀ, ਉਹ ਕਿਉਂ ਨਹੀਂ ਸੋਚ ਰਹੇ? ਲੱਗਦਾ ਕੀ ਹੈ ਕਿਉਂ ਨਹੀਂ ਸੋਚ ਰਹੇ ਹੋ? ਕਿਉਂਕਿ ਅਕਾਲੀ ਦਲ ਵੀ ਸਾਡੀ ਪੰਥਕ ਪਾਰਟੀ ਹੈ, ਉਹ ਤੇ ਸਿੱਧੇ ਤੌਰ ਤੇ ਕਹਿ ਸਕਦੇ ਆ ਨਾ ਵੀ ਸਿੱਖਾਂ ਦੇ ਨਾਲ ਬਈ ਧੱਕਾ ਹੋ ਰਿਹਾ, ਅਸੀਂ ਲੜਾਂਗੇ। ਪਿਛਲੇ ਕੁਝ ਦਹਾਕਿਆਂ ਵਿੱਚ ਜਾਈਏ, ਅਕਾਲੀ ਦਲ ਤਾਂ ਲੜਦਾ ਰਿਹਾ ਨਾ ਇਹਨਾਂ ਚੀਜ਼ਾਂ ਦੇ ਲਈ, ਨੌਜਵਾਨਾਂ ਲਈ, ਪਰ ਹੁਣ ਕਿਉਂ ਚੁੱਪ ਹੈ? ਤੁਹਾਨੂੰ ਕੀ ਲੱਗਦਾ ਜਿਹੜਾ ਤੁਸੀਂ ਸਵਾਲ ਕੀਤਾ ਕਿਉਂ ਵਾਲਾ, ਤੁਹਾਡੇ ਅੰਦਰ ਫਿਰ ਜਿਹਦਾ ਜਵਾਬ ਵੀ ਹੋਊਗਾ? ਨਹੀਂ, ਦੇਖੋ ਗੱਲ ਇਹ ਆ ਵੀ ਲੜਨਾ ਤਾਂ ਚਾਹੀਦਾ, ਮੈਂ ਤਾਂ ਕਹਿਣਾ ਲੜਨਾ ਚਾਹੀਦਾ। ਹਰ ਜਥੇਬੰਦੀ ਨੂੰ, ਹਰ ਪੋਲੀਟੀਕਲ ਪਾਰਟੀ ਨੂੰ ਜਿਹੜੀ ਪੰਜਾਬ ਦੀ ਹੈ, ਉਹਨੂੰ ਲੜਨਾ ਚਾਹੀਦਾ। ਪਰ ਚੁੱਪ ਵੱਟ ਕੇ ਬੈਠ ਜਾਂਦੇ ਆ, ਨਹੀਂ ਲੜਦੇ ਕਿਹੋ ਜਿਹੇ ਸਿੰਘ ਆ ਬਾਬਾ ਜੱਗੀ ਜੀ ਵਰਗੇ ਸਾਡੇ, ਇਹ ਸਿੰਘ ਲੜਦੇ ਆ। ਗੁਰੂ ਦੀ ਮਿਹਰ ਇਹਨਾਂ ਸਿੰਘਾਂ ਤੇ ਹੁੰਦੀ ਆ ਜਿਹੜੀ ਸਾਰੇ ਕੌਮ 'ਚ ਮੁੜ ਕੇ ਜਜ਼ਬਾ ਭਰ ਜਾਂਦੇ ਆ, ਹਨਾ। ਸੋ ਲੜਨਾ ਤਾਂ ਚਾਹੀਦਾ, ਪਰ ਜਿਹੜੀ ਸਿਆਸਤ ਅਕਾਲੀ ਦਲ ਨੇ ਸ਼ੁਰੂ ਕੀਤੀ ਸੀ, ਕਦੇ ਉਸ ਵੇਲੇ ਜਦੋਂ ਅਕਾਲੀ ਦਲ ਹੋਂਦ 'ਚ ਆਇਆ ਸੀ, ਅੱਜ ਕੀ ਅਕਾਲੀ ਦਲ ਉਸ ਸਿਆਸਤ ਤੇ ਖੜਾ? ਅੱਜ ਕੋਈ ਹੋਰ ਪੋਲੀਟੀਕਲ ਪਾਰਟੀ ਪੰਜਾਬ ਪੱਖੀ ਸੋਚਦੀ ਆ? ਅੱਜ ਪੰਜਾਬ 'ਚ ਰਹਿਣ ਵਾਲੀਆਂ ਧਿਰਾਂ, ਜਿਨ੍ਹਾਂ ਆਪਾਂ ਹਿੰਦੂ, ਸਾਡੇ ਮੁਸਲਿਮ, ਸਾਡੇ ਸਿੱਖ ਵੀ, ਉਹ ਪੰਜਾਬ ਪੱਖੀ ਗੱਲ ਸੋਚਦੇ ਆ? ਉਹ ਤਾਂ ਨੈਸ਼ਨਲਿਜ਼ਮ ਦੇ, ਰਾਸ਼ਟਰਵਾਦ ਦੇ ਜਿਹੜੇ ਇੱਕ ਨੈਰੇਟਿਵ ਤੋਂ ਇੰਨੇ ਕੁ ਪ੍ਰਭਾਵਿਤ ਆ ਵੀ ਜੇ ਅਸੀਂ ਇੱਕ ਰੀਜਨਲਿਜ਼ਮ ਦੀ ਗੱਲ ਕਰੀਏ ਵੀ ਸਾਡੇ ਕੋਲੇ ਜੇ ਅੱਜ ਇੱਥੇ ਅਸੀਂ ਇੱਕ ਰੀਜਨਲ ਆਪਦੇ ਰੀਜਨ ਨੂੰ, ਆਪਦੇ ਫਲਸਫਿਆਂ ਨੂੰ, ਆਪਦੇ ਸੱਭਿਆਚਾਰਕ ਹੋਂਦ ਨੂੰ ਬਚਾ ਕੇ ਰੱਖਣਾ ਤੇ ਪੰਜਾਬ ਪੱਖੀ ਹੋ। ਸਾਡਾ ਮੁਸਲਮਾਨ, ਸਾਡਾ ਹਿੰਦੂ, ਸਾਡਾ ਸਿੱਖ ਪੰਜਾਬ ਪੱਖੀ ਚਾਹੀਦਾ, ਉਹ ਗੱਲ ਨੂੰ ਹੀ ਨਹੀਂ ਸਮਝਣ ਨੂੰ ਤਿਆਰ। ਕਿ ਕਾਰਨ ਕੀ ਹੈ? ਕਿਉਂਕਿ ਲਗਾਤਾਰ ਜਿਹੜੇ ਆਪਾਂ ਪਿੱਛੇ ਘਟਨਾ ਵੀ ਦੇਖੀਏ ਤਾਂ ਹੁਣ ਵੀ ਘਟਨਾ ਹੋਈ ਹੈ, ਇਹ ਵੀ ਮੰਨਿਆ ਜਾ ਰਿਹਾ ਵੀ ਜਿਹੜੀ ਸਿੰਘੂ ਬਾਰਡਰ ਦੇ ਉੱਤੇ ਬੇਅਦਬੀ ਕਰਵਾਈ ਗਈ ਜਾਣਬੁੱਝ ਕੇ, ਤਾਂ ਜੋ ਇਹ ਕਾਮਰੇਡ ਤੇ ਸਿੱਖ ਵਰਸਿਸ ਕਰਕੇ ਇਹਨਾਂ ਨੂੰ ਆਪਸ ਦੇ ਵਿੱਚ ਪੜਵਾ ਕੇ ਉਹ ਅੰਦੋਲਨ ਨੂੰ ਤਾਰੋ ਪੀੜ ਕੀਤਾ ਜਾਵੇ। ਦੇਖੋ, ਅੰਦੋਲਨ ਜਿਹੜਾ ਉਹ ਸਾਡਾ ਅੰਦੋਲਨ ਆ, ਕਿਸਾਨਾਂ ਦੇ ਅਸੀਂ ਹਮੇਸ਼ਾ ਨਾਲ ਖੜੇ ਆ, ਨਾਲ ਖੜੇ ਰਹਾਂਗੇ। ਪਰ ਗੱਲ ਇਹ ਆ ਵੀ ਰੋਟੀ ਪਾਣੀ ਦੇ ਮਸਲਿਆਂ ਤੋਂ ਵੀ ਉੱਤੇ ਦੇ ਮਸਲੇ ਹੁੰਦੇ ਆ। ਕੌਮਾਂ ਲਈ ਪਛਾਣ ਦੇ ਮਸਲੇ ਬਹੁਤ ਉੱਚੇ ਹੁੰਦੇ ਆ। ਕੌਮਾਂ ਦੇ ਲਈ ਉਹਦੀ ਇੱਕ ਵਿਸ਼ਵਾਸ ਜਿਹਦੇ 'ਚ ਸੇਕਰਡਨੈਸ ਆ, ਉਹ ਸਾਡੇ ਗੁਰੂ 'ਚ ਆ। ਗੁਰੂ ਗ੍ਰੰਥ ਸਾਹਿਬ ਸਾਡੇ ਲਈ ਹਾਜ਼ਰ ਨਾਜ਼ਰ ਗੁਰੂ ਆ। ਉਹਨਾਂ ਦੀ ਅਜ਼ਮਤ ਤੇ ਸ਼ਾਨ ਦੇ ਮਸਲੇ ਬਹੁਤ ਵੱਡੇ ਮਸਲੇ ਹੁੰਦੇ ਆ। ਇਹਨਾਂ ਤੋਂ ਅਸੀਂ ਜ਼ਮੀਨਾਂ ਵੀ ਵਾਰ ਦਾਂਗੇ, ਆਪਦੇ ਆਪ ਨੂੰ ਵੀ ਵਾਰ ਦਾਂਗੇ। ਗੱਲ ਇਹ ਆ, ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੇ ਗੱਲ ਆਊਗੀ, ਫਿਰ ਉੱਥੇ ਜੇ ਅਸੀਂ ਇਹ ਕਹੀਏ ਵੀ ਇਹ ਦੋ ਫਾੜ ਕਰਨ ਵਾਸਤੇ ਕੀਤਾ ਗਿਆ, ਫਿਰ ਇਹ ਦੇਖੋ ਕਿਸਾਨੀ ਸੰਘਰਸ਼ ਨੂੰ ਢਾਹ ਲਾਈ ਜਾ ਰਹੀ ਆ। ਨਹੀਂ, ਇਹਨਾਂ ਗੱਲਾਂ ਦਾ ਕੋਈ ਮਤਲਬ ਨਹੀਂ ਆ। ਇਹਨਾਂ ਗੱਲਾਂ ਤੋਂ ਉੱਤੇ ਉੱਠੋ। ਜਦੋਂ ਸਾਡੀ ਗੁਰੂ ਦੀ ਅਜ਼ਮਤ ਤੇ ਗੱਲ ਕੀ ਆ? ਹੁਣ ਇਹ ਗੱਲ ਇਹ ਆ ਵੀ ਹਰ ਕੌਮ ਦੀ ਆਪਦੀ ਇੱਕ ਸੇਕਰਡਨੈਸ ਹੁੰਦੀ ਆ, ਆਪਦੀ ਇੱਕ ਪਵਿੱਤਰਤਾ ਹੁੰਦੀ ਆ। ਹਿੰਦੂ ਧਰਮ ਕੋਲੇ ਉਹਨਾਂ ਦੀ ਆਪਦੀ ਪਵਿੱਤਰਤਾ, ਅਸੀਂ ਮੰਨਦੇ ਹਾਂ ਉਸ ਪਵਿੱਤਰਤਾ ਨੂੰ।
ਹੈ ਨਾ। ਉਸੇ ਤਰ੍ਹਾਂ ਮੁਸਲਮਾਨ ਭਾਈਚਾਰੇ ਦੀ ਆਪਦੀ ਇੱਕ ਪਵਿੱਤਰਤਾ ਸੀ, ਉਹਨੂੰ ਵੀ ਮੰਨਦੇ ਹਾਂ। ਈਸਾਈ ਜਿਹੜਾ ਭਾਈਚਾਰਾ ਉਹਦੇ ਕੋਲ ਆਪਦੀ ਪਵਿੱਤਰਤਾ ਸੀ, ਉਹਨੂੰ ਵੀ ਮੰਨਦੇ ਹਾਂ। ਸਾਡੇ 10ਵੇਂ ਪਾਤਸ਼ਾਹ ਨੇ ਇਹੀ ਫਲਸਫਾ ਸਾਨੂੰ ਸਿਖਾਇਆ ਨਾ, ਤੁਮਕੋ ਤੁਮਾਰਾ ਖੂਬ ਹਮਕੋ ਹਮਾਰਾ ਖੂਬ। ਫਿਰ ਸਾਡੀ ਪਵਿੱਤਰਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਚ ਆ, ਤੇ ਜੇ ਤੁਸੀਂ ਉਸ ਪਵਿੱਤਰਤਾ ਤੇ ਸਵਾਲ ਚੱਕੋਗੇ ਤੇ ਫਿਰ ਕਿਹੜੀ ਕੌਮ ਉਹ ਜਿਹਦੇ ਇਤਿਹਾਸ 'ਚ ਤੁਸੀਂ ਕੋਈ ਨੁਕਸ ਤਾਂ ਕੱਢ ਕੇ ਦਿਖਾ ਦਿਓ। 550 ਸਾਲ ਦਾ ਇਤਿਹਾਸ ਪਿਆ, ਕੋਈ ਨੁਕਸ ਕੱਢ ਕੇ ਦਿਖਾ ਦਿਓ। ਫਿਰ ਜੇ ਉਸ ਕੌਮ ਦੀ ਪਵਿੱਤਰਤਾ ਤੇ ਜਿਹੜੀ ਬਣੀ ਮਨੁੱਖਤਾ ਲਈ ਆ, ਜਿਹੜੀ ਅਵਲ ਅੱਲਾ ਨੂਰ ਪਾਇਆ ਕੁਦਰਤ ਦੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਾ ਕੌਮ ਭਲੇ ਕੌਮ ਮੰਦੇ, ਜੇ ਬਣੀ ਉਸ ਮਨੁੱਖਤਾ ਲਈ ਆ, ਉਸ ਤੁਸੀਂ ਕੌਮ ਤੇ ਉਹਦੀ ਪਵਿੱਤਰਤਾ ਤੇ ਉਹਦੇ ਗੁਰੂ ਦੀ ਅਜ਼ਮਤ ਤੇ ਸ਼ਾਨ ਤੇ ਤੁਸੀਂ ਸਵਾਲ ਚੁੱਕੋਗੇ ਜਾਂ ਕੋਈ ਹੱਥ ਪਾਓਗੇ, ਫਿਰ ਇਹੀ ਸਲੀਕਾ ਕੀਤਾ ਜਾਊਗਾ। ਸਾਡੇ ਕੋਲੇ ਕੋਈ ਆਪਦੀ, ਜੇ ਅਸੀਂ ਕਹਿ ਲਈਏ ਕੋਈ ਜੇਲ੍ਹ ਆ, ਸਾਡੇ ਕੋਲੇ ਆਪਦੀ ਕੋਈ ਨਿਆਂ ਪ੍ਰਣਾਲੀ ਆ, ਉਹ ਤਾਂ ਅਸੀਂ ਦੇਸ਼ ਦੇ ਨਾਲ ਹੀ, ਇਸ ਦੇਸ਼ ਤੋਂ 5 ਸਾਲਾਂ ਤੋਂ 6 ਸਾਲਾਂ ਤੋਂ ਇਹਨਾਂ ਨੂੰ ਹੀ ਕੰਪਲੇਂਟਾਂ ਕਰਦੇ ਆਏ ਆ ਨਾ, ਅੱਜ ਤੱਕ ਨਿਆਂ ਮਿਲਿਆ। ਤੁਸੀਂ ਕਹਿੰਦੇ ਹੋ ਨੁਕਸ ਕੱਢ ਕੇ ਦਿਖਾਓ, ਪਰ ਸਾਡੇ ਵਾਲੇ ਤਾਂ ਇਸੇ ਨੂੰ ਨੁਕਸ ਦੱਸੀ ਜਾਂਦੇ ਆ। ਉਹ ਕਹਿੰਦੇ ਇਹ ਕਰਿਆ ਤਾਂ ਕਰਿਆ ਕਿਉਂ ਨਿਹੰਗ ਸਿੰਘਾਂ ਨੇ, ਜਦ ਪਤਾ ਧਰਨਾ ਚੱਲ ਰਿਹਾ, ਜੇ ਕਰਨਾ ਵੀ ਕਹਿੰਦੇ ਉੱਥੇ ਹੀ ਕਿਉਂ ਕਰਿਆ, ਜਿੱਥੇ ਸੰਘਰਸ਼ ਚ ਹੋ ਰਿਹਾ ਉੱਥੇ ਹੀ ਕਿਉਂ ਕੀਤਾ, ਥੋੜੀ ਦੂਰ ਆ ਕੇ ਕਰ ਲੈਂਦੇ। ਕਹਿੰਦੇ ਦੇਖੋ ਗੱਲ ਇਹ ਆ, ਇਹ ਜਿਹੜੀ ਗੱਲ ਕਰਦੇ ਆ ਨਾ ਵੀ ਇਹ ਕਿਉਂ ਕੀਤਾ, ਇਹ ਇੱਕ ਜਜ਼ਬਾ, ਫਿਰ ਇਹੀ ਜਜ਼ਬਾ ਬੰਦਾ ਦੂਰ ਲੈ ਜਾਂਦੇ ਕਹਿੰਦੇ ਥੋੜੀ ਨਹੀਂ। ਇੱਕ ਮਿੰਟ, ਇਹੀ ਜਜ਼ਬਾ ਯਾਰ ਹੁਣ ਇਹ ਕੋਈ ਗਿਣਤੀਆਂ ਮਿਹਨਤੀਆਂ ਦੀ ਗੱਲ ਆ, ਇੱਥੇ ਕੁਝ ਮਿੱਥ ਕੇ ਕੀਤਾ ਜਾਂਦਾ ਜਾਂ ਐਕਸ਼ਨ ਰਿਐਕਸ਼ਨ ਚੋਂ ਕੀਤਾ ਜਾਂਦਾ ਨਹੀਂ। ਜੇ ਅਸੀਂ ਐਕਸ਼ਨ ਰਿਐਕਸ਼ਨ ਵਾਲੇ ਬੰਦੇ ਹੁੰਦੇ ਤਾਂ ਕਿੰਨੇ ਸਾਡੇ ਬੰਦੇ ਜੈਨੋਸਾਈਡ ਹੋਈ, ਸਾਡੇ ਤੇ ਨਸਲਕੁਸ਼ੀ ਹੋਈ। ਪੰਜਾਬ 'ਚ ਅਸੀਂ ਕਿਸੇ ਹਿੰਦੂ ਤੇ ਹੱਥ ਚੱਕਿਆ ਜਾਂ ਮਾਰਿਆ, ਅਸੀਂ ਕਰ ਹੀ ਨਹੀਂ ਸਕਦੇ, ਸਾਡੇ ਆਪਦੇ ਆ ਉਹ। ਸੋ ਇਹ ਗੱਲ ਗਿਣਤੀਆਂ ਮਿਹਨਤੀਆਂ ਦੀ ਨਹੀਂ ਆ, ਇਹ ਗੱਲ ਸਮਝਣੀ ਪਊਗੀ। ਜਦੋਂ 26 ਨਵੰਬਰ ਨੂੰ ਬੈਰੀਕੇਡ ਤੋੜੇ, ਉਦੋਂ ਤੁਹਾਨੂੰ ਨਹੀਂ ਇਹ ਜਜ਼ਬੇ ਦਾ ਪਤਾ ਲੱਗਿਆ, ਇਹੀ ਸਪਿਰਿਟ ਸੀ। ਜਦੋਂ ਅਸੀਂ ਲਖੀਮਪੁਰ ਖੀੜੀ 'ਚ ਸਰਕਾਰ ਦੇ ਬੰਦੇ ਨਾਲ ਭੜੇ ਆ, ਸਰਕਾਰ ਦੇ ਬੰਦੇ ਮਰੇ, ਜਿਨ੍ਹਾਂ ਨੇ ਸਾਡੇ ਬੰਦੇ ਦਗੜ ਕੇ ਮਾਰੇ, ਉਦੋਂ ਵੀ ਤਾਂ ਇਹੀ ਜਜ਼ਬਾ ਸੀ ਨਾ। ਤੇ ਜੇ ਅੱਜ ਗੁਰੂ ਸਾਹਿਬ ਦੀ ਅਜ਼ਮਤ ਤੇ ਕੋਈ, ਜਿਹਨੂੰ ਅਸੀਂ ਕਹਿੰਦੇ ਆ ਹਾਜ਼ਰ ਨਾਜ਼ਰ ਗੁਰੂ ਆ, ਸਵਾਲ ਚੱਕਦਾ, ਫਿਰ ਅਸੀਂ ਗਿਣਤੀਆਂ ਮਿਹਨਤੀਆਂ 'ਚ ਪੈ ਜਾਈਏ। ਫਿਰ ਇਹ ਜਜ਼ਬਾ, ਜੇ ਸਾਨੂੰ ਲੰਗਰ ਲਾਉਣੇ ਗੁਰੂ ਨੇ ਸਿਖਾਏ ਆ, ਤਾਂ ਇਹ ਵੀ ਗੁਰੂ ਨੇ ਹੀ ਸਿਖਾਇਆ। ਸਿੱਖੀ ਇੱਕ ਪੈਕੇਜ 'ਚ ਆ, ਇਸ ਗੱਲ ਨੂੰ ਸਮਝੋ। ਸਿੱਖੀ ਦਾ ਇੱਕ ਅੰਸ਼ ਜੇ ਲੰਗਰ ਲਾਉਣਾ, ਉਸ ਅੰਸ਼ ਨੂੰ ਅਸੀਂ ਵੀ ਸੇਵਾਦਾਰ ਬਣ ਕੇ ਰਹਿ ਜਾਈਏ ਤੇ ਉਹਨੂੰ ਜਿਉਂਦਾ ਰੱਖੀਏ, ਨਹੀਂ। ਜਦੋਂ ਸਾਡੇ ਗੁਰੂ ਤੇ ਕੋਈ ਸਵਾਲ ਚੱਕੂਗਾ, ਉਹਦਾ ਫਿਰ ਪੰਥ ਆਪ ਨਿਬੇੜਾ ਕਰੂ, ਜੇ ਤੁਸੀਂ ਨਿਬੇੜਾ ਨਹੀਂ ਕਰ ਸਕਦੇ। ਜੇ ਤੁਹਾਡੇ ਸਾਹਮਣੇ ਨਿਹੰਗ ਸਿੰਘਾਂ ਦੀ ਜਗ੍ਹਾ ਤੁਸੀਂ ਹੁੰਦੇ, ਇਹੀ ਕਰਦੇ ਤੁਸੀਂ ਵੀ। ਬਾਈ ਜੀ ਗੱਲ ਇਹ ਆ, ਜਿਹੜਾ ਜਜ਼ਬੇ ਦੀ ਮੈਂ ਗੱਲ ਕਰਦਾ ਨਾ, ਇਹ ਪ੍ਰਗਟ ਹੁੰਦਾ। ਜੇ ਨਿਹੰਗ ਸਿੰਘਾਂ ਦੀ ਤਾਂ ਮੈਂ ਹੁੰਦਾ, ਤਾਂ ਮੈਂ ਤੁਹਾਨੂੰ ਉਹੀ ਗੱਲ ਦੱਸਦਾ ਵੀ ਜਜ਼ਬਾ ਜੇ ਤੁਸੀਂ ਹੁੰਦੇ ਕੀ ਕਰਦੇ ਥਲੀ ਬਾਈ, ਹੈ ਨਾ। ਗੱਲ ਇਹੀ ਹੈ, ਜਜ਼ਬਾ। ਅੱਜ ਮੈਂ ਫੜਾ ਮਾਰਦਾ ਵੱਡੀਆਂ, ਪਰ ਜੇ ਜਦੋਂ ਕਿਸਾਨੀ ਸੰਘਰਸ਼ 'ਚ ਹਕੂਮਤ ਨੇ ਆ ਕੇ ਉੱਥੇ ਸਾਡੇ ਬੰਦਿਆਂ ਤੇ ਜ਼ੁਲਮ ਕੀਤਾ, ਤੇ ਉਹ ਜਜ਼ਬਾ ਕਿਹਨੇ ਦਿਖਾਇਆ? ਉਹ ਜੱਗੀ ਬਾਬੇ ਨੇ ਦਿਖਾਇਆ। ਕਿੱਥੋਂ ਪੈਦਾ ਹੋਇਆ? ਗੁਰੂ ਨੇ ਦਿੱਤਾ। ਉਹ ਜਜ਼ਬਾ ਗੁਰੂ ਦਿੰਦਾ, ਤੁਸੀਂ ਤੇ ਮੈਂ ਕੀ ਕਰਦੇ, ਇਹ ਆਪਾਂ ਨੂੰ ਫੜਾ ਮਾਰਨ ਦੀ ਜ਼ਰੂਰਤ ਨਹੀਂ। ਜੇ ਸਾਡੇ ਗੁਰੂ ਕੇ ਉੱਤੇ ਗੁਰੂ ਕਿਹਦੇ ਤੇ ਕਿਰਪਾ ਕਰਦੇ ਹਨ ਜੀ, ਤੇ ਕੀ ਤੋਂ ਸੇਵਾ ਲੈਂਦੇ ਆ, ਇਹ ਉਹ ਗੁਰੂ ਤੇ ਡਿਪੈਂਡ ਆ। ਸੋ ਇਹਨਾਂ ਗੱਲਾਂ ਨੂੰ ਜੇ ਤੁਸੀਂ ਕਹੋ ਵੀ ਬਹੁਤ ਬੰਦੇ ਜਿਨ੍ਹਾਂ ਦੀ ਮਾਨਸਿਕ ਨਸਲਕੁਸ਼ੀ ਹੋ ਚੁੱਕੀ ਆ, ਉਹਨਾਂ ਨੂੰ ਸਮਝਾਓਗੇ, ਨਹੀਂ ਪੈਂਦੀਆਂ ਪੱਲੇ ਉਹਨਾਂ ਦੀਆਂ। ਜਦੋਂ ਉਹਦੀ ਮਿਹਰ ਹੋਊ ਕਿਤੇ ਇਹ ਗੱਲਾਂ ਉਹਨਾਂ ਦੇ ਪੱਲੇ ਪੈਣਗੀਆਂ। ਪਰ ਹੁਣ ਜਿਨ੍ਹਾਂ ਨੇ ਬਿਆਨ ਦਿੱਤੇ ਆ, ਜਦੋਂ ਕਿਸਾਨ ਲੀਡਰਾਂ ਨੇ ਇਹ ਬਿਆਨ ਦਿੱਤੇ ਆ ਵੀ ਸਾਡਾ ਉਹਨਾਂ ਨਾਲ ਕੋਈ ਵਾਸਤਾ ਨਹੀਂ ਹੈਗਾ, ਇਸ ਘਟਨਾ ਨਾਲ ਕੋਈ ਸੰਬੰਧ ਨਹੀਂ, ਉਹਨਾਂ ਨੇ ਵੀ ਉੱਤੋਂ ਕਿਰਪਾਨਾਂ ਪਾਈਆਂ ਹੋਈਆਂ ਨੇ, ਪਰ ਲੋਕ ਕਹਿੰਦੇ ਵੀ ਇਹ ਕਾਮਰੇਡ ਆ ਜੀ, ਉਹ ਫਲਾਣੇ ਆ। ਪਰ ਕਈ ਲੋਕ ਤਾਂ ਇਹ ਵੀ ਕਹਿੰਦੇ ਵੀ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਸਾਨੂੰ ਰਾਜਨੀਤੀ ਵੀ ਸਿਖਾਈ ਹੈ, ਵੀ ਜੇ ਇੱਕ ਰਾਜਨੀਤਿਕ ਲੀਡਰਾਂ ਨੂੰ ਮਾਰਨ ਦੇ ਲਈ ਰਾਜਨੀਤਿਕ ਤੌਰ ਦੇ ਨਾਲ ਉਹਨਾਂ ਨੇ ਬਿਆਨ ਦੇ ਦਿੱਤਾ, ਤਾਂ ਅਸੀਂ ਪੰਥਕ ਕੱਟੜ, ਤੁਸੀਂ ਕਿਉਂ ਉਹਨਾਂ ਨੂੰ ਵੱਖ ਕਰਦੇ ਹੋ? ਅਜਿਹੇ ਬਿਆਨ ਦੇਣ ਦੀ ਕਹਿੰਦੇ ਕੀ ਲੋੜ ਹੈ? ਦੇਖੋ ਗੱਲ ਜਦੋਂ ਸਾਨੂੰ ਸਮਝ ਨਾ ਹੋਵੇ ਨਾ ਮਸਲਿਆਂ ਦੀ, ਸਤੇਹੀ ਤੌਰ ਤੇ ਸਮਝ ਹੋਵੇ, ਉਦੋਂ ਫਿਰ ਇਹੋ ਜਿਹੀਆਂ ਗੱਲਾਂ ਪੈਦਾ ਕੀਤੀਆਂ ਜਾਂਦੀਆਂ। 18ਵੀਂ ਸਦੀ 'ਚ ਸਿੰਘਾਂ ਮੂਹਰੇ ਵੀ ਇਹੀ ਸਵਾਲ ਪੈਦਾ ਹੋਏ ਸੀ, ਘੱਲੂਘਾਰੇ ਹੋਏ ਸੀ। ਜਦੋਂ ਸਾਡੇ 18ਵੀਂ ਸਦੀ 'ਚ ਸਿੰਘ ਸਾਡੇ ਜੰਗਲਾਂ 'ਚ ਕਿਉਂ ਤੁਰ ਗਏ ਸੀ? ਉਦੋਂ ਵੀ ਤਾਂ ਘਰਾਂ 'ਚ ਰਹਿ ਸਕਦੇ ਸੀ, ਉਦੋਂ ਵੀ ਉਹ ਕੰਮ ਕਰਦੇ ਸੀ, ਮਿਹਨਤੀ ਲੋਕ ਸੀ, ਚੰਗੀਆਂ ਰੋਟੀ ਪਾਣੀ ਖਾ ਸਕਦੇ ਸੀ। ਉਸ ਵੇਲੇ ਦੇ ਸਿਸਟਮ, ਉਸ ਵੇਲੇ ਦੇ ਸਟਰਕਚਰ ਦੇ ਕੋਲੇ ਜਾ ਕੇ ਨਿਆਂ ਮੰਗ ਸਕਦੇ ਸੀ, ਪਰ ਉਹਨਾਂ ਦੀ ਮਾਨਸਿਕ ਨਸਲਕੁਸ਼ੀ ਨਹੀਂ ਹੋਈ ਸੀ। ਇਹ ਜਿਹੜੇ ਹੁਣ ਕਹਿ ਰਹੇ ਆ ਨਾ ਇਹ ਗੱਲਾਂ ਵੀ ਰਾਜਸੀ ਤੌਰ ਤੇ ਕਾਨੂੰਨ ਤੋਂ ਨਿਆਂ ਲੈਂਦੇ, ਕਾਨੂੰਨ ਤੇ ਤਾਂ ਅਸੀਂ 6 ਸਾਲਾਂ ਦੇ ਨਿਆਂ ਮੰਗੀ ਜਾਂਦੇ ਆ, ਪਰ ਇਹਨਾਂ ਦੀ ਮਾਨਸਿਕ ਨਸਲਕੁਸ਼ੀ ਹੋ ਚੁੱਕੀ ਆ। ਸਿੰਘ ਉਦੋਂ
ਜੰਗਲਾਂ 'ਚ ਗਏ, ਜੰਗਲਾਂ 'ਚ ਜਾ ਕੇ ਉਹਨਾਂ ਨੇ ਇਹ ਸੋਚਿਆ ਵੀ ਇੱਥੇ ਰਹਿ ਕੇ ਅਸੀਂ ਆਜ਼ਾਦ ਹੋ ਕੇ ਨਹੀਂ ਸੋਚ ਸਕਦੇ। ਅਸੀਂ ਜੰਗਲਾਂ 'ਚ ਰਹਿ ਕੇ ਆਜ਼ਾਦ ਤਾਂ ਹੈ, ਕਿਸੇ ਕਾਨੂੰਨ ਦੇ ਅਧੀਨ ਨਹੀਂ ਆ। ਅਸੀਂ ਉੱਥੇ ਰਹਿ ਕੇ ਆਜ਼ਾਦ ਹੋ ਕੇ ਸੋਚਾਂਗੇ, ਫਿਰ ਕੋਈ ਮਸਲਿਆਂ ਦਾ ਹੱਲ ਕੱਢਾਂਗੇ। ਤੇ ਫਿਰ ਗੱਲ ਆਈ ਕਿੱਥੇ, ਉਹਨਾਂ ਨੇ ਹੱਲ ਵੀ ਕੱਢੇ ਤੇ ਆਪਦਾ ਖਾਲਸਾ ਰਾਜ ਸਥਾਪਿਤ ਕੀਤਾ। ਇਹਦਾ ਮਾਨਸਿਕ ਤੌਰ ਤੇ ਗੁਲਾਮ ਬਿਰਤੀ, ਇਹ ਗੁਲਾਮੀ ਦੀਆਂ ਬੇੜੀਆਂ ਹੋਰ ਜ਼ਿਆਦਾ ਇਹਨਾਂ ਦੇ ਆਲੇ ਦੁਆਲੇ ਜਕੜੀਆਂ ਜਾ ਰਹੀਆਂ। ਇਹਨਾਂ ਨੂੰ ਹਜੇ ਵੀ ਸਮਝ ਨਹੀਂ ਆ ਰਹੀ। ਹੁਣ ਹੱਲ ਕੀ ਕਰੀਏ? ਆਪਾਂ ਵੀ ਘਰ ਛੱਡ ਕੇ ਜੰਗਲਾਂ ਵੱਲ ਨੂੰ ਤੁਰੀਏ ਜੀ? ਫਿਰ ਹੋ ਸਕਦਾ ਤੁਰਨਾ ਪਵੇ ਤੁਹਾਨੂੰ, ਹੋ ਸਕਦਾ ਇਹਨਾਂ ਗੱਲਾਂ ਤੇ ਆਉਣਾ ਪਵੇ। ਜੇ ਤੁਹਾਨੂੰ ਆਉਣ ਵਾਲੇ ਸਮੇਂ 'ਚ ਕਾਨੂੰਨ ਇੰਨਾ ਹੀ ਪੱਖਪਾਤੀ ਰਿਹਾ, ਜੇ ਆਉਣ ਵਾਲੇ ਸਮੇਂ 'ਚ ਸਾਡੇ ਨਾਲ ਇਹੀ ਵਧੀਕੀਆਂ ਹੁੰਦੀਆਂ ਰਹੀਆਂ, ਅੱਜ ਸਾਡਾ ਸੰਘਰਸ਼ ਕੀ ਆ ਤੇ ਸਾਡਾ ਲੜਨ ਦਾ ਕੀ ਢੰਗ ਹੋਣਾ ਚਾਹੀਦਾ, ਸਾਡੀ ਰਣਨੀਤੀ ਕੀ ਹੋਣੀ ਚਾਹੀਦੀ ਆ, ਇਹ ਅੱਜ ਦਾ ਸਮਾਂ ਦੱਸੂਗਾ। ਸਰਕਾਰਾਂ ਤਾਂ ਚਾਹੁੰਦੀਆਂ ਬਾਈ ਬੇਘਰ ਹੋਣ ਲੋਕ, ਛੱਡ ਕੇ ਜਾਣ ਪੰਜਾਬ ਦੇ, ਤੇ ਤੁਸੀਂ ਕਹਿੰਦੇ ਹੋ। ਦੇਖੋ ਗੱਲ ਮੈਂ ਨਹੀਂ ਕਹਿ ਰਿਹਾ, ਮੈਂ ਤੁਹਾਨੂੰ ਇਹ ਕਹਿ ਰਿਹਾ ਵੀ ਅੱਜ ਹਜੇ ਸਾਨੂੰ ਤਾਂ ਮਸਲਿਆਂ ਦੀ ਸਮਝ, ਮਸਲੇ ਕੀ ਆ ਇਸ ਸਮਝ ਦੀ ਬਹੁਤ ਵੱਡੀ ਜ਼ਰੂਰਤ ਆ। ਪਹਿਲਾਂ ਅਸੀਂ ਇਹ ਮੰਨ ਕੇ ਚੱਲੀਏ ਸਾਨੂੰ ਮਸਲਿਆਂ ਦੀ ਪੂਰੀ ਸਮਝ ਨਹੀਂ ਆ, ਇਹ ਸਤਹੀ ਤੌਰ ਤੇ ਦੇਖ ਰਹੇ ਆ ਗੱਲਾਂ ਨੂੰ ਹਜੇ। ਫਿਰ ਦੂਜੀ ਗੱਲ, ਉਸ ਸਮੇਂ ਦੀ ਇੱਕ ਜ਼ਰੂਰਤ ਸੀ ਜੋ ਉਸ ਸਮੇਂ ਸਿੰਘਾਂ ਨੇ ਕੀਤੀ ਜਾਂ ਉਸ ਵੇਲੇ ਸੰਘਰਸ਼ੀ ਬੰਦਿਆਂ ਨੇ ਕੀਤੀ, ਉਸ ਵੇਲੇ ਉਸ ਤਰ੍ਹਾਂ ਦੇ ਹਾਲਾਤ ਸੀ। ਅੱਜ ਕੀ ਹਾਲਾਤ ਆ, ਅੱਜ ਦੇ ਹਾਲਾਤਾਂ ਦੀ ਕੀ ਜ਼ਰੂਰਤ ਆ ਤੇ ਅੱਜ ਸਾਡੀ ਰਣਨੀਤੀ ਕੀ ਹੋਵੇ, ਇਹ ਅੱਜ ਘੜਨੀ ਪਊਗੀ। ਪਰ ਜਦੋਂ ਤੁਸੀਂ ਸਵਾਲ ਕੀਤਾ ਵੀ ਅਸੀਂ ਵੀ ਚੱਲ ਗਏ, ਇੱਕ ਆਪਸ਼ਨ ਹੋ ਸਕਦੀ ਹੈ ਨਾ, ਬੜੀਆਂ ਆਪਸ਼ਨਸ ਹੋ ਸਕਦੀਆਂ। ਸੋ ਇਹ ਜਵਾਬ ਮੈਂ ਉਸ ਪ੍ਰਸੰਗ 'ਚ ਦਿੱਤਾ। ਤੇ ਹੁਣ ਇਹਨਾਂ ਹਾਲਾਤਾਂ ਨੂੰ ਸੁਧਾਰਨ ਦੇ ਲਈ ਹੰਭਲਾ ਕੀ ਮਾਰਿਆ ਜਾਵੇ? ਤੁਸੀਂ ਲਗਾਤਾਰ ਨੌਜਵਾਨਾਂ ਨੂੰ ਕਰ ਰਹੇ ਹੋ, ਪਰ ਬਹੁਤ ਸਾਰੇ ਆਪਸ 'ਚ ਵੰਡੇ ਹੋਏ ਨੇ। ਗੱਲ ਤੁਹਾਡੀ ਵੀ ਆ ਜਾਂਦੀ ਹੈ, ਨੌਜਵਾਨਾਂ ਦੀ ਆ ਜਾਂਦੀ ਹੈ, ਲੱਖੇ ਸਿਧਾਣੇ ਦੇ ਨਾਲ ਆ ਜਾਂਦੀ ਵੀ ਤੁਹਾਡੇ ਆਪਸ 'ਚ ਤਾਂ ਵਿਚਾਰ ਨਹੀਂ ਮਿਲਦੇ ਤੇ ਤੁਸੀਂ ਇਕੱਠੇ ਆਪ ਹੁੰਦੇ ਨਹੀਂ। ਨੌਜਵਾਨਾਂ ਨੂੰ ਕਹੀ ਜਾਂਦੇ ਹੋ ਇਕੱਠੇ ਹੋਣਾ ਪੈਣਾ ਇੱਕ ਸਟੇਜ ਦੇ ਉੱਤੇ, ਉਹ ਕਹਿੰਦੇ ਪਹਿਲਾਂ ਆਪ ਤਾਂ ਹੋ ਜਾਓ ਤੁਸੀਂ। ਇਹ ਦੇਖੋ ਗੱਲ ਇਹ ਆ, ਇਕੱਠੇ ਕੀ ਹੋਣਾ ਪੈਣਾ, ਇਕੱਠੇ ਪੰਜਾਬ ਪੱਖੀ ਸੋਚ ਰੱਖ ਕੇ, ਆਪਦੇ ਕੌਮ ਪੱਖੀ ਸੋਚ ਰੱਖ ਕੇ ਹੋਣਾ ਪੈਣਾ। ਉਹ ਅੱਜ ਦੀਪ ਸਿੱਧੂ ਦੀ ਕੋਈ ਹਸਤੀ ਨਹੀਂ ਆ, ਉਹ ਅੱਜ ਸਾਡੇ ਨਾਲ ਖੜ ਜਾਣਾ ਕਿ ਉਹ ਉਸ ਕਿਸੇ ਵੀ ਬੰਦੇ ਨਾਲ ਖੜ ਜਾਣ ਜਾ ਕੇ ਜਿਹੜਾ ਪੰਜਾਬ ਪੱਖੀ ਸੋਚ ਰੱਖਦਾ ਹੈ ਨਾ। ਪਰ ਇੱਥੇ ਇੱਕ ਫਰਕ ਇਹ ਆ, ਜਿਹੜੀ ਗੱਲ ਅਸੀਂ ਸਮਝੀ ਆ ਵੀ ਇਹ ਸਟਰਕਚਰ 'ਚੋਂ ਅਸੀਂ ਹੱਲ ਲੱਭਦੇ ਹਾਂ। ਕੋਈ ਕਹਿੰਦੇ ਸ਼੍ਰੋਮਣੀ ਕਮੇਟੀ ਚੋਣਾਂ ਲੜ ਲਓ, ਦੂਜੀਆਂ ਚੋਣਾਂ ਲੜ ਲਓ, ਉਹ ਤਾਂ ਇਸ ਸਟਰਕਚਰ 'ਚ ਚਾਹੁੰਦੇ ਆ ਵੀ ਇਹ ਸਟਰਕਚਰ 'ਚ ਆਓ ਤੇ ਇਸ ਸਟਰਕਚਰ 'ਚ ਅਸੀਂ ਤੁਹਾਨੂੰ ਅਸਿਮੀਲੇਟ ਕਰੀਏ। ਦੋਨੇ ਚੀਜ਼ਾਂ ਇੱਥੇ ਇਕੱਠੀਆਂ ਤੋਂ ਚੱਲ ਰਹੀਆਂ, ਅਸਿਮੀਲੇਸ਼ਨ ਤੇ ਐਲੀਮੀਨੇਸ਼ਨ। ਜਿਹੜੇ ਬੰਦੇ ਸਟਰਕਚਰ 'ਚ ਆ ਜਾਂਦੇ ਆ ਉਹਨਾਂ ਨੂੰ ਅਸਿਮੀਲੇਟ ਕਰ ਲਿੱਤਾ ਜਾਂਦਾ, ਜਿਹੜੇ ਨਹੀਂ ਆਉਂਦੇ ਉਹਨਾਂ ਦੇ ਫਿਰ ਐਲੀਮੀਨੇਟ ਦੀ ਪ੍ਰਕਿਰਿਆ ਚਲਾਈ ਜਾਂਦੀ ਹੈ। ਇਹ ਦੋਨੇ ਇਕੱਠੀਆਂ ਚੱਲਦੀਆਂ ਹੈ ਨਾ। ਇਹ ਹਰ ਘੱਟ ਗਿਣਤੀ ਜਿਹੜਾ ਕੋਈ ਸੱਭਿਆਚਾਰਕ ਹੋਂਦਾ ਜਾਂ ਧਾਰਮਿਕ ਹੋਂਦਾ ਉਹਨਾਂ ਤੇ ਚੱਲਦੀਆਂ, ਬਹੁਤ ਗਿਣਤੀ ਚਲਾਉਂਦੀ ਆ, ਉਹਨਾਂ ਦਾ ਸਾਰਾ ਸਟਰਕਚਰ ਤੇ ਸਿਸਟਮ ਚਲਾਉਂਦਾ। ਸੋ ਇਸ ਕਰਕੇ ਅਸੀਂ ਪਹਿਲਾਂ ਤਾਂ ਮਸਲਿਆਂ ਨੂੰ ਸਮਝ ਕੇ ਆਪਦੀ ਸਵੈ ਰੱਖਿਆ ਲਈ ਆਪਦਾ ਨੈਰੇਟਿਵ, ਆਪਦਾ ਬਿਰਤਾਂਤ ਸਾਡੇ ਬੰਦਿਆਂ ਨੂੰ ਇਕੱਠੇ ਕਰਨਾ। ਸੋ ਇੱਥੇ ਇਹ ਨਾ ਸਮਝੋ ਵੀ ਜੇ ਇਕੱਠੇ ਹੋਣਗੇ ਇੱਕ ਦਿਨ ਤਾਂ ਨਿਸ਼ਾਨ ਸਾਹਿਬ ਹੇਠਾਂ ਇਕੱਠੇ ਹੋਣਗੇ, ਉੱਥੋਂ ਕੋਈ ਮੁਨਕਰ ਨਹੀਂ ਹੋਣਾ। ਕੋਈ ਦੀਪ ਸਿੱਧੂ ਦੀ ਹਸਤੀ ਨਹੀਂ ਆ, ਕਿਸੇ ਹੋਰ ਸ਼ਖਸੀਅਤ ਦੀ ਹਸਤੀ ਨਹੀਂ ਆ। ਜਿਹੜੇ ਕੌਮਾਂ ਦੇ ਚਿੰਨ੍ਹ ਹੁੰਦੇ ਆ ਨਾ, ਜਿਹੜੇ ਸਾਡੇ ਗੁਰੂ ਸਾਹਿਬਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ ਨਾ, ਇਕੱਠੇ ਇਹਨਾਂ ਦੇ ਉੱਥੇ ਅਧੀਨ ਹੋਣਾ ਹੁੰਦਾ। ਸਾਡੇ ਅਧੀਨ ਇਕੱਠੇ ਹੋ ਕੇ ਕੋਈ ਫਾਇਦਾ ਨਹੀਂ ਆ ਬਾਈ। ਜਿਹੜਾ BSF ਨੂੰ ਲਗਾਇਆ ਗਿਆ ਪੰਜਾਬ ਦੇ ਵਿੱਚ 50 ਕਿਲੋਮੀਟਰ ਦਾ ਦਾਇਰਾ ਵਧਾਇਆ ਗਿਆ 15 ਕਿਲੋਮੀਟਰ ਤੋਂ, ਇਹ ਕੀ ਹੈ? ਮਤਲਬ ਕਿ ਪੰਜਾਬ ਨੂੰ ਢਾਹ ਲਾਉਣ ਦੀ ਜਾਂ ਕਿਸਾਨੀ ਅੰਦੋਲਨ ਨੂੰ ਢਾਹ ਲਾਉਣ ਦੇ ਲਈ ਇਹ ਰਚੀ ਗਈ ਸਾਜ਼ਿਸ਼ ਹੈ? ਕਿਸਾਨੀ ਅੰਦੋਲਨ ਸਾਡਾ ਇੱਕ ਅੰਦੋਲਨ ਆ ਜਿਹੜਾ ਅੱਜ ਸਰਕਾਰ ਨੂੰ ਟੱਕਰ ਦੇ ਰਿਹਾ, ਸਟੇਟ ਨੂੰ ਵੀ ਟੱਕਰ ਦੇ ਰਿਹਾ। ਉਹ ਕਿਸਾਨੀ ਅੰਦੋਲਨ ਨੂੰ ਵੀ ਢਾਹ ਲਾਉਣਗੇ ਤੇ ਪੰਜਾਬ ਨੂੰ ਵੀ ਦੱਬਣਗੇ, ਕਿਉਂਕਿ ਕਿਸਾਨੀ ਅੰਦੋਲਨ 'ਚ ਪੰਜਾਬ ਨੇ ਅਗਵਾਈ ਕੀਤੀ ਆ। ਸੋ ਦੂਰੀ ਮਾਰ ਆ। ਉਹ ਤਾਂ ਕਹਿੰਦੇ ਅਸਾਮ 'ਚ ਵੀ ਤਾਂ ਲਗਾਈ ਆ, ਉਹਨਾਂ ਨੂੰ ਕਿਉਂ? ਉਹ ਵੀ ਸੰਘਰਸ਼ ਕਰ ਰਹੇ ਆ। ਅਸਾਮ 'ਚ ਸੰਘਰਸ਼ ਨਹੀਂ ਹੋ ਰਿਹਾ, ਤੁਹਾਨੂੰ ਪਤਾ ਉੱਥੇ ਕਿੱਡਾ ਸੰਘਰਸ਼ ਵੱਢਿਆ ਹੋਇਆ। ਬੰਗਾਲ ਵਾਲੇ ਵੀ ਇਹਨਾਂ ਦੇ ਨਾਲ ਸੈਂਟਰ ਦੀ ਰਾਜਨੀਤੀ ਨਾਲ ਨਹੀਂ ਭਿੜਦੇ, ਉੱਥੇ ਵੀ ਲਾਤੀ। ਸੋ ਗੱਲ ਇਹ ਆ, ਜਿਹੜੇ ਇਹਨਾਂ ਦੇ ਸਾਹਮਣੇ ਖੜੇ ਹੋਣਗੇ ਉਹਨਾਂ ਨੂੰ ਫਿਰ ਸਿੱਟਣ ਦੀ ਕੋਸ਼ਿਸ਼ ਤਾਂ ਸਟੇਟ ਵੀ ਆਪਦਾ ਕੰਮ ਕਰੂਗੀ ਨਾ। ਹਾਂਜੀ ਬਿਲਕੁਲ। ਸੋ ਇਹ ਸੀ ਦੀਪ ਸਿੱਧੂ, ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਵੀ ਜਿਹੜਾ ਹੈਗਾ ਪੰਜਾਬ ਦੇ ਨਾਲ ਸਾਜ਼ਿਸ਼ਾਂ ਹੋ ਰਹੀਆਂ ਨੇ ਲਗਾਤਾਰ। ਜਿਹੜਾ ਸਿੱਧੂ ਇੱਥੋਂ ਭਾਸ਼ਣ ਵੀ ਦਿੰਦੇ ਨੇ ਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਵੀ ਸਾਨੂੰ ਆਪਣਾ ਧਰਮ ਸਭ ਤੋਂ ਵੱਧ ਪਿਆਰਾ ਹੋਣਾ ਚਾਹੀਦਾ ਹੈ ਤੇ ਜ਼ਮੀਨਾਂ ਬਾਬਾ ਬੰਦਾ ਸਿੰਘ ਬਹਾਦਰ ਹੋਰਾਂ ਨੇ ਸਾਨੂੰ ਦਵਾਈਆਂ ਹੋਈਆਂ ਨੇ, ਅਸੀਂ ਉਹਨਾਂ ਦੇ ਵਾਰਿਸ ਹਾਂ ਤੇ ਉਸੇ ਕਰਕੇ ਸਾਡੇ ਕੋਲ ਜ਼ਮੀਨਾਂ ਨੇ। ਪਰ ਜ਼ਮੀਨਾਂ ਨੂੰ
ਉਹ ਕਹਿੰਦੇ ਵੀ ਆਪਾਂ ਥੱਲੇ ਰੱਖਣਾ, ਪਰ ਧਰਮ ਨੂੰ ਸਭ ਤੋਂ ਉੱਤੇ ਰੱਖ ਕੇ ਬਾਕੀ ਦੀਆਂ ਗੱਲਾਂ ਜਿਹੜੀਆਂ ਬਾਅਦ ਦੇ ਵਿੱਚ ਕਰਨੀਆਂ ਨੇ। ਤੇ ਵੱਖ-ਵੱਖ ਜਿਹੜੇ ਸਵਾਲਾਂ ਦੇ ਜਵਾਬ ਦੀਪ ਸਿੱਧੂ ਹੋਰਾਂ ਨੇ ਸ੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ 'ਤੇ ਦਿੱਤੇ। ਸਤਨਾਮ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ, ਪੰਜਾਬੀ ਲੋਕ ਚੈਨਲ।